ਅੱਜ ਮੇਰੇ ਸਹੁਰੇ ਘਰ ਵਿੱਚ ਵਿਆਹ ਵਾਲੀ ਪਹਿਲੀ ਰਾਤ ਸੀ ਅਤੇ ਮੇਰਾ ਪਤੀ ਮੇਰੇ ਲਈ ਬਦਾਮ ਪਾ ਕੇ ਦੁੱਧ ਦਾ ਗਿਲਾਸ ਲੈ ਕੇ ਆਇਆ ਅਤੇ ਮੈਨੂੰ ਆਪਣੇ ਹੱਥਾਂ ਨਾਲ ਪਿਲਾਇਆ। ਉਸ ਦਾ ਮੇਰੇ ਪ੍ਰਤੀ ਇੰਨਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ। ਅਜਿਹਾ ਲੱਗਿਆ ਦੁਨੀਆ ਵਿੱਚ ਇਸ ਤੋਂ ਵਧੀਆ ਇਨਸਾਨ ਕੋਈ ਹੋਰ ਹੋ ਹੀ ਨਹੀਂ ਸਕਦਾ। ਦੁੱਧ ਦਾ ਗਿਲਾਸ ਪੀ ਕੇ ਮੈਨੂੰ ਬੜੀ ਤਸੱਲੀ ਨਾਲ ਨੀਂਦ ਆ ਗਈ। ਲੇਕਿਨ ਸਵੇਰੇ ਸਵੇਰੇ ਜਦੋਂ ਮੇਰੀ ਅੱਖ ਖੁੱਲੀ, ਮੈਂ ਦੇਖਿਆ ਮੇਰੇ ਪੈਰਾਂ ਉੱਤੇ ਦੁਪੱਟਾ ਬੰਨਿਆ ਹੋਇਆ ਸੀ। ਮੈਨੂੰ ਡਰ ਲੱਗਣ ਲੱਗਾ ਅਤੇ ਪਰੇਸ਼ਾਨ ਹੋ ਗਈ ਕਿ ਇਹ ਸਭ ਕੀ ਹੋ ਰਿਹਾ ਹੈ। ਅਜਿਹੀ ਅਜੀਬ ਹਰਕਤ ਮੇਰੇ ਨਾਲ ਕੌਣ ਕਰ ਸਕਦਾ। ਅਜੇ ਮੈਂ ਉਹੀ ਸੋਚ ਵਿੱਚ ਬੈੱਡ ਤੇ ਬੈਠੀ ਸੀ ਕਿ ਵਿਕਰਮ ਮੇਰੇ ਕਮਰੇ ਵਿੱਚ ਆਇਆ ਅਤੇ ਮੇਰੇ ਪੈਰਾਂ ਉੱਤੇ ਬੰਨੇ ਹੋਏ ਦੁਪੱਟੇ ਨੂੰ ਬੜੀ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ, ਇਹ ਕਿਉਂ ਬੰਨਿਆ? ਪੈਰਾਂ ਵਿੱਚ ਦਰਦ ਆ। ਮੈਂ ਖੁਦ ਹੈਰਾਨ ਹੋ ਕੇ ਉਸ ਦੇ ਵੱਲ ਦੇਖਣ ਲੱਗੀ ਅਤੇ ਬੋਲੀ, ਪਤਾ ਨਹੀਂ ਕਿਸ ਨੇ ਬੰਨਿਆ। ਉਹਨਾਂ ਨੇ ਕਿਹਾ ਸ਼ਾਇਦ ਤੂੰ ਨੀਂਦ ਵਿੱਚ ਬੰਨ ਲਿਆ ਹੋਣਾ। ਮੈਂ ਉਸ ਦੀ ਗੱਲ ਨੂੰ ਸੁਣ ਕੇ ਚੁੱਪ ਹੋ ਗਈ, ਕਿਉਂਕਿ ਅਕਸਰ ਇਨਸਾਨ ਅਜਿਹੀ ਉਲਟੀ ਸਿੱਧੀ ਹਰਕਤ ਕਰਦਾ ਰਹਿੰਦਾ। ਉਹ ਮੇਰੇ ਪੈਰਾਂ ਨਾਲ ਦੁਪੱਟਾ ਖੋਲ੍ਹ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਉਦੋਂ ਹੀ ਮੈਂ ਦੇਖਿਆ ਕਿ ਉਸ ਦਾ ਬੇਟਾ ਗੋਲੂ ਦਰਵਾਜ਼ੇ ਦੇ ਬਾਹਰ ਖੜਾ ਮੈਨੂੰ ਦੇਖ ਰਿਹਾ ਸੀ। ਪਰ ਜਿਵੇਂ ਹੀ ਮੈਂ ਉਸ ਵੱਲ ਦੇਖਿਆ ਤਾਂ ਉਹ ਦੇਖ ਕੇ ਮੈਨੂੰ ਭੱਜ ਗਿਆ। ਉਹਦੀਆਂ ਨਜ਼ਰਾਂ ਮੈਨੂੰ ਬੜੇ ਹੀ ਅਜੀਬ ਤਰੀਕੇ ਨਾਲ ਘੂਰ ਰਹੀਆਂ ਸੀ। ਉਹਦੇ ਜਾਂਦੇ ਹੀ ਮੈਨੂੰ ਆਪਣੇ ਬੀਤੇ ਹੋਏ ਵਕਤ ਦੀ ਯਾਦ ਆ ਗਈ, ਜਦੋਂ ਉਸ ਆਦਮੀ ਨੇ ਮੈਨੂੰ ਸਾਰੀਆਂ ਕਮੀਆਂ ਦੇ ਬਾਵਜੂਦ ਵੀ ਅਪਣਾਇਆ ਸੀ। ਮੇਰਾ ਨਾਮ ਰੇਖਾ ਹੈ। ਮੇਰਾ ਦੁੱਖ ਉਸ ਸਮੇਂ ਸ਼ੁਰੂ ਹੋਇਆ ਜਦੋਂ ਮੈਨੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲਣ ਵਾਲੀ ਸੀ। ਲੇਕਿਨ ਉਹ ਖੁਸ਼ੀ ਕਿਵੇਂ ਮਿਲਣ ਵਾਲੀ ਸੀ, ਉਸ ਦੀ ਇੱਕ ਅਲੱਗ ਕਹਾਣੀ ਹੈ। ਅੱਜ ਮਾਂ ਬਣਨ ਵਾਲੀ ਸੀ। ਮੈਂ ਆਪਣੀ ਮੰਮੀ ਦੇ ਅੱਗੇ ਹੱਥ ਜੋੜੇ ਤੇ ਕਿਹਾ, ਰੱਬ ਦੇ ਵਾਸਤੇ ਮੈਨੂੰ ਮੇਰੇ ਬੱਚੇ ਦੀ ਇੱਕ ਝਲਕ ਦੇਖਣ ਦਿਓ। ਮੇਰੀ ਮਾਂ ਨੇ ਮੁਸਕਰਾਹਟ ਦੇ ਨਾਲ ਮੇਰੇ ਸਿਰ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਥੋੜੀ ਹੀ ਦੇਰ ਬਾਅਦ ਪਰਮਾਤਮਾ ਨੇ ਮੇਰੀ ਔਲਾਦ ਮੇਰੀ ਝੋਲੀ ਵਿੱਚ ਪਾ ਦਿੱਤੀ। ਮੈਨੂੰ ਇੰਨੀ ਤਕਲੀਫ ਹੋ ਚੁੱਕੀ ਸੀ ਕਿ ਮੈਂ ਬੇਹੋਸ਼ ਹੋ ਗਈ। ਲੇਕਿਨ ਆਖਰੀ ਆਵਾਜ਼ ਮੇਰੇ ਕੰਨਾਂ ਵਿੱਚ ਪਈ। ਉਹ ਮੇਰੇ ਬੱਚੇ ਦੀ ਰੋਣ ਦੀ ਆਵਾਜ਼ ਸੀ। ਲੇਕਿਨ ਉਸ ਸਮੇਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਬੱਚੇ ਨੂੰ ਦੇਖ ਸਕਦੀ। ਕਈ ਘੰਟੇ ਸੌਣ ਤੋਂ ਬਾਅਦ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਸਿਰਹਾਣੇ ਮਾਂ ਨੂੰ ਬੈਠੀ ਦੇਖਿਆ। ਮੈਂ ਉੱਠਦੀ ਨੇ ਆਪਣੀ ਮਾਂ ਤੋਂ ਆਪਣੇ ਬੱਚੇ ਬਾਰੇ ਪੁੱਛਿਆ। ਪਹਿਲੀ ਵਾਰ ਪੁੱਛਣ ਤੇ ਤਾਂ ਮਾਂ ਚੁੱਪ ਹੀ ਰਹੀ, ਪਰ ਜਦੋਂ ਮੈਂ ਦੂਜੀ ਵਾਰ ਥੋੜਾ ਉੱਚੀ ਆਵਾਜ਼ ਵਿੱਚ ਬੋਲੀ ਤਾਂ ਉਹ ਗੁੰਮਸੁੰਮ ਚਿਹਰੇ ਨਾਲ ਬੋਲੀ, ਤੇਰਾ ਬੱਚਾ ਮਰਿਆ ਹੋਇਆ ਪੈਦਾ ਹੋਇਆ ਸੀ। ਇਹ ਸੁਣ ਕੇ ਮੇਰੇ ਸੀਨੇ ਵਿੱਚੋਂ ਚੀਸ ਨਿਕਲੀ ਤੇ ਮੈਂ ਇੱਕਦਮ ਰੌਲਾ ਪਾਉਣ ਲੱਗੀ ਤੇ ਫਿਰ ਬੋਲੀ, ਤੁਸੀਂ ਝੂਠ ਬੋਲ ਰਹੇ ਹੋ। ਅਜਿਹਾ ਨਹੀਂ ਹੋ ਸਕਦਾ। ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਬੱਚੇ ਨਾਲ ਕੁਝ ਗਲਤ ਕੀਤਾ। ਪਰ ਮੇਰੀ ਮਾਂ ਨੇ ਮੈਨੂੰ ਕੋਈ ਜਵਾਬ ਨਾ ਦਿੱਤਾ। ਮੈਂ ਉੱਚੀ ਉੱਚੀ ਰੋ ਰਹੀ ਸੀ ਤੇ ਅਚਾਨਕ ਕਿਸੇ ਨੇ ਮੇਰੀ ਬਾਂਹ ਤੇ ਆ ਕੇ ਸੂਈ ਚੁਭੋ ਦਿੱਤੀ। ਸ਼ਾਇਦ ਉਹ ਕੋਈ ਨਸ਼ੇ ਦਾ ਇੰਜੈਕਸ਼ਨ ਸੀ। ਮੈਂ ਬੇਹੋਸ਼ ਹੋਣ ਲੱਗੀ ਤੇ ਥੋੜੇ ਹੀ ਸਮੇਂ ਵਿੱਚ ਪੂਰੀ ਤਰ੍ਹਾਂ ਬੇਹੋਸ਼ ਹੋ ਗਈ। ਫਿਰ ਜਦੋਂ ਮੇਰੀ ਅੱਖ ਖੁੱਲੀ ਤਾਂ ਉਸ ਵਕਤ ਰਾਤ ਹੋ ਚੁੱਕੀ ਸੀ। ਮੇਰਾ ਸਰੀਰ ਹਿੰਮਤ ਤੇ ਜਵਾਬ ਦੇ ਚੁੱਕਾ ਸੀ, ਪਰ ਮੈਂ ਜਾਣਦੀ ਸੀ ਕਿ ਜੇ ਅੱਜ ਹਿੰਮਤ ਹਾਰੀ ਤਾਂ ਮੈਂ ਕਦੇ ਵੀ ਕੁਝ ਨਹੀਂ ਕਰ ਸਕਦੀ। ਮੈਂ ਹੌਲੀ ਹੌਲੀ ਕਦਮਾਂ ਨਾਲ ਦਰਵਾਜ਼ੇ ਵੱਲ ਗਈ ਤੇ ਬਾਹਰ ਜਦੋਂ ਦੇਖਿਆ ਤਾਂ ਬਾਹਰ ਮੰਮੀ ਪਾਪਾ ਦੀ ਆਵਾਜ਼ ਸੁਣਾਈ ਦਿੱਤੀ। ਮੰਮੀ ਪਾਪਾ ਸਾਹਮਣੇ ਬੈਠੀ ਰੋ ਰਹੀ ਸੀ ਤੇ ਕਹਿ ਰਹੀ ਸੀ, ਕੀ ਜਾਂਦਾ ਜੇ ਆਪਾਂ ਉਸ ਬੱਚੇ ਨੂੰ ਰੱਖ ਲੈਂਦੇ। ਮੈਂ ਇਹ ਪਾਪ ਕਿੱਥੇ ਭਰੂੰਗੀ। ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਾਪਾ ਨੇ ਮੇਰੀ ਮਾਂ ਨੂੰ ਘੂਰਿਆ ਅਤੇ ਕਿਹਾ, ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ। ਇਹ ਬਿਨ ਵਿਆਹੀ ਮਾਂ ਦਾ ਬੱਚਾ ਸੀ। ਆਪਾਂ ਲੋਕਾਂ ਨੂੰ ਕੀ ਮੂੰਹ ਦਿਖਾਉਂਦੇ। ਪਾਪਾ ਦੀ ਇਹ ਗੱਲ ਸੁਣ ਕੇ ਮੈਨੂੰ ਅੰਦਰ ਤੱਕ ਤੋੜ ਦਿੱਤਾ। ਮੇਰੇ ਕਦਮ ਡਗਮਗਾ ਰਹੇ ਸੀ। ਮੈਨੂੰ ਉਸ ਟਾਈਮ ਆਪਣੇ ਮਾਂ-ਬਾਪ ਦੁਨੀਆ ਦੇ ਸਭ ਤੋਂ ਵੱਡੇ ਜ਼ਾਲਮ ਨਜ਼ਰ ਆਉਂਦੇ ਸੀ। ਮੈਂ ਹੌਲੀ ਹੌਲੀ ਉੱਥੋਂ ਨਿਕਲ ਤੁਰੀ। ਨਾ ਜਾਣੇ ਕਿਹੜੇ ਰੋਡ ਤੇ ਚੱਲ ਪਈ ਸੀ। ਅੱਖਾਂ ਮੂਹਰੇ ਸਿਰਫ ਮਾਂ-ਬਾਪ ਦੀ ਧੋਖੇਬਾਜ਼ੀ ਵਾਲਾ ਚਿਹਰਾ ਹੀ ਨਜ਼ਰ ਆ ਰਿਹਾ ਸੀ। ਮੈਂ ਧੁੱਪ ਵਿੱਚ ਤੁਰੀ ਜਾਂਦੀ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਆ ਕੇ ਮੇਰੇ ਵਿੱਚ ਵੱਜੀ ਅਤੇ ਮੈਂ ਜ਼ਮੀਨ ਉੱਤੇ ਡਿੱਗ ਪਈ। ਮੈਂ ਆਪਣੇ ਹੋਸ਼ ਹਵਾਸ ਖੋ ਬੈਠੀ ਸੀ। ਮੈਂ ਨਹੀਂ ਜਾਣਦੀ ਸੀ ਅੱਜ ਮੇਰੇ ਨਾਲ ਕੀ ਹੋਣ ਵਾਲਾ ਸੀ। ਨਾ ਜਾਣੇ ਕਿੰਨੇ ਘੰਟਿਆਂ ਬਾਅਦ ਮੇਰੀ ਅੱਖ ਖੁੱਲੀ ਤਾਂ ਮੈਂ ਨਰਮ ਬੈੱਡ ਉੱਤੇ ਪਈ ਸੀ। ਮੈਂ ਥੋੜੀ ਜਿਹੀ ਅੱਖ ਖੋਲੀ ਤਾਂ
ਇੱਧਰ ਉੱਧਰ ਦੇਖਿਆ ਤਾਂ ਆਲੀਸ਼ਾਨ ਬੈੱਡਰੂਮ ਸੀ। ਇਹ ਇੱਕ ਆਲੀਸ਼ਾਨ ਬੈੱਡਰੂਮ ਦੇ ਅੰਦਰ ਮੈਂ ਪਈ ਸੀ। ਮੈਂ ਇੱਕਦਮ ਹੈਰਾਨ ਹੋ ਕੇ ਉੱਠ ਕੇ ਬੈਠ ਗਈ। ਨਾ ਜਾਣੇ ਮੈਂ ਕਿੱਧਰ ਆ ਗਈ ਸੀ। ਮੈਂ ਬੈੱਡ ਤੋਂ ਉਤਰਨ ਲੱਗੀ ਤਾਂ ਅਚਾਨਕ ਮੇਰੀ ਨਿਗਾਹ ਸਾਈਡ ਟੇਬਲ ਤੇ ਰੱਖੀ ਹੋਈ ਪਰਚੀ ਤੇ ਪਈ ਤੇ ਉਸ ਵਿੱਚ 2-3 ਲਾਈਨਾਂ ਮੇਰੇ ਲਈ ਲਿਖੀਆਂ ਹੋਈਆਂ ਸੀ। ਉਸ ਉੱਪਰ ਲਿਖਿਆ ਹੋਇਆ ਸੀ ਕਿ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ, ਲੇਕਿਨ ਉਸ ਦਿਨ ਮੇਰੀ ਹੀ ਗੱਡੀ ਤੁਹਾਡੇ ਨਾਲ ਟਕਰਾ ਗਈ ਸੀ। ਮੈਂ ਗੱਡੀ ਤੋਂ ਹੇਠਾਂ ਉਤਰਿਆ ਤਾਂ ਤੁਹਾਡੇ ਸਿਰ ਵਿੱਚ ਸੱਟ ਲੱਗੀ ਹੋਈ ਸੀ। ਮੈਨੂੰ ਤੁਹਾਡੇ ਘਰ-ਬਾਰ ਦਾ ਕੋਈ ਪਤਾ ਨਹੀਂ ਸੀ, ਤਾਂ ਕਰਕੇ ਮੈਂ ਤੁਹਾਨੂੰ ਇੱਥੇ ਲੈ ਆਇਆ, ਪਰ ਮੈਨੂੰ ਜ਼ਰੂਰੀ ਕੰਮ ਕਰਕੇ ਸ਼ਹਿਰ ਤੋਂ ਬਾਹਰ ਜਾਣਾ ਪਿਆ। ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਫ੍ਰਿਜ ਵਿੱਚ ਸਾਰੀਆਂ ਚੀਜ਼ਾਂ ਰੱਖੀਆਂ, ਪਰ ਜੇ ਤੁਸੀਂ ਚਾਹੋ ਤਾਂ ਮੇਰੇ ਆਉਣ ਤੱਕ ਇੱਥੇ ਰੁਕ ਸਕਦੇ ਹੋ, ਅਤੇ ਜੇ ਤੁਸੀਂ ਜਾਣਾ ਚਾਹੋ ਤਾਂ ਸਾਰੀਆਂ ਚਾਬੀਆਂ ਹੇਠਾਂ ਦਰਾਜ਼ ਵਿੱਚ ਪਈਆਂ। ਇਹ ਸਭ ਪੜ੍ਹ ਕੇ ਮੇਰੇ ਦਿਲ ਵਿੱਚ ਅਜੀਬ ਜਿਹੀ ਥਰਥਲੀ ਮਚੀ। ਇਹ ਕਿਹੋ ਜਿਹਾ ਇਨਸਾਨ ਆ ਜੋ ਜਿਸ ਨੇ ਮੈਨੂੰ ਭੋਰਾ ਵੀ ਨੁਕਸਾਨ ਨਹੀਂ ਪਹੁੰਚਾਇਆ। ਪਰਚੀ ਵਾਪਸ ਉੱਥੇ ਟੇਬਲ ਤੇ ਰੱਖ ਦਿੱਤੀ ਤੇ ਦੁਬਾਰਾ ਬਿਸਤਰ ਤੇ ਪੈ ਗਈ। ਮੇਰੇ ਦਿਲ ਵਿੱਚ ਅਜੀਬ ਜਿਹੇ ਸਵਾਲ ਉੱਠ ਰਹੇ ਸੀ ਤੇ ਸੋਚ ਰਹੀ ਸੀ ਕਿ ਮੈਂ ਇਸ ਮਸੀਹ ਨੂੰ ਮਿਲੇ ਬਗੈਰ ਨਹੀਂ ਜਾ ਸਕਦੀ। ਕਰੀਬ 1 ਹਫ਼ਤਾ ਲੰਘ ਗਿਆ। ਮੈਂ ਕਈ ਵਾਰ ਡਰ ਵੀ ਜਾਂਦੀ, ਲੇਕਿਨ ਮੈਂ ਇਹ ਵੀ ਨਹੀਂ ਜਾਣਦੀ ਸੀ ਕਿ ਇਸ ਹਵਸ ਭਰੀ ਦੁਨੀਆ ਵਿੱਚ ਇਹੀ ਸਕੂਨ ਭਰਿਆ ਟਿਕਾਣਾ ਸੀ ਜਿੱਥੇ ਮੈਂ ਬਿਲਕੁਲ ਸੁਰੱਖਿਅਤ ਸੀ। ਇੱਕ ਦਿਨ ਸਵੇਰੇ ਮੈਂ ਸੌ ਕੇ ਉੱਠੀ ਤਾਂ ਮੈਂ ਮਹਿਸੂਸ ਕੀਤਾ ਕਿ ਬਾਹਰ ਕੋਈ ਆਵਾਜ਼ ਆ ਰਹੀ ਸੀ। ਜਦੋਂ ਉੱਠ ਕੇ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਨੌਜਵਾਨ ਖੜਾ ਸੀ। ਉਹ ਥੋੜੀ ਜ਼ਿਆਦਾ ਉਮਰ ਦਾ ਸੀ, ਪਰ ਉਸਨੇ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਸੀ, ਜਿਵੇਂ ਕੋਈ ਨੌਜਵਾਨ ਹੋਵੇ। ਉਸਨੇ ਮੇਰੇ ਵੱਲ ਦੇਖਿਆ ਤੇ ਪੁੱਛਿਆ, ਕਿਵੇਂ ਆ ਤੁਹਾਡੀ ਸਿਹਤ? ਮੈਂ ਕਿਹਾ ਠੀਕ ਹੈ। ਫਿਰ ਉਹ ਮੇਰੇ ਕੋਲ ਆਇਆ ਤੇ ਬੋਲਿਆ, ਸ਼ਾਇਦ ਮੈਨੂੰ ਲੱਗਿਆ ਤੁਸੀਂ ਇੱਥੋਂ ਚਲੇ ਜਾਵੋਗੇ। ਉਸ ਦੀ ਇਹ ਗੱਲ ਸੁਣ ਕੇ ਮੈਂ ਝੱਟ ਬੋਲ ਪਈ ਤੇ ਕਿਹਾ, ਮੇਰਾ ਕੋਈ ਘਰ ਨਹੀਂ ਜਿੱਥੇ ਮੈਂ ਜਾ ਸਕਦੀ ਸੀ। ਉਹ ਮੁਸਕਰਾ ਕੇ ਬੋਲਿਆ, ਮੇਰਾ ਨਾਮ ਵਿਕਰਮ ਹੈ। ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੂੰ ਜਿੰਨਾ ਚਿਰ ਚਾਹੇ ਇੱਥੇ ਰਹਿ ਸਕਦੀ ਆ। ਮੈਂ ਤਾਂ ਵੈਸੇ ਵੀ ਜ਼ਿਆਦਾ ਵਕਤ ਤੋਂ ਬਾਹਰ ਹੀ ਰਹਿਣਾ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਤਸੱਲੀ ਹੋਈ, ਕਿਉਂਕਿ ਮੈਨੂੰ ਉਹ ਧੋਖੇਬਾਜ਼ ਆਦਮੀ ਨਹੀਂ ਲੱਗ ਰਿਹਾ ਸੀ। ਮੈਂ ਉੱਥੇ ਰਹਿਣ ਲੱਗੀ ਤੇ ਅਗਲੇ ਦਿਨ ਉਹ ਚਲਿਆ ਗਿਆ। ਉਹ ਹਫ਼ਤੇ ਵਿੱਚ 1 ਦਿਨ ਆਉਂਦਾ ਤੇ ਚਲਿਆ ਜਾਂਦਾ। ਇਸ ਤਰ੍ਹਾਂ 2 ਮਹੀਨੇ ਲੰਘ ਚੁੱਕੇ ਸੀ। ਇੱਕ ਦਿਨ ਅਚਾਨਕ ਮੇਰੇ ਕਮਰੇ ਵਿੱਚ ਆਇਆ ਤੇ ਮੈਂ ਡਰ ਗਈ। ਉਸਨੇ ਕਿਹਾ, ਘਬਰਾਓ ਨਾ, ਮੈਂ ਇੱਕ ਜ਼ਰੂਰੀ ਗੱਲ ਕਰਨੀ ਆ। ਮੈਂ ਤੈਨੂੰ ਉਸ ਰਾਤ ਦੇਖਿਆ ਸੀ, ਉਦੋਂ ਤਾਂ ਮੈਂ ਤੈਨੂੰ ਪਸੰਦ ਕਰਨ ਲੱਗਾ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ, ਲੇਕਿਨ ਇਸ ਤੋਂ ਪਹਿਲਾਂ ਮੈਂ ਤੈਨੂੰ ਆਪਣੀ ਜ਼ਿੰਦਗੀ ਬਾਰੇ ਦੱਸਣਾ ਚਾਹੁੰਦਾ। ਮੈਂ ਸ਼ਾਦੀशुदा ਹਾਂ। ਮੇਰੇ ਇੱਕ ਬੇਟਾ। ਮੇਰੀ ਪਤਨੀ ਕੁਝ ਟਾਈਮ ਪਹਿਲਾਂ ਮੈਨੂੰ ਛੱਡ ਕੇ ਭੱਜ ਗਈ। ਉਸ ਦੀ ਸੱਚਾਈ ਕਾਫੀ ਪਰੇਸ਼ਾਨ ਕਰ ਦੇਣ ਵਾਲੀ ਸੀ, ਪਰ ਮੇਰੀ ਹਕੀਕਤ ਤਾਂ ਇਸ ਤੋਂ ਵੀ ਬੁਰੀ ਸੀ। ਉਸਨੇ ਮੈਨੂੰ ਪੁੱਛਿਆ, ਜੇ ਤੂੰ ਮੈਨੂੰ ਚਾਹੇ ਤਾਂ ਆਪਣੇ ਬਾਰੇ ਵੀ ਦੱਸ ਸਕਦੀ ਆ। ਮੈਂ ਉਸ ਨੂੰ ਆਪਣੀਆਂ ਗਿੱਲੀਆਂ ਅੱਖਾਂ ਨਾਲ ਦੇਖਿਆ ਤੇ ਦੱਸਣ ਲੱਗੀ, ਮੇਰਾ ਨਾਮ ਰੇਖਾ ਹੈ। ਮੈਂ ਇੱਕ ਮਿਡਲ ਕਲਾਸ ਫੈਮਿਲੀ ਵਿੱਚੋਂ ਹਾਂ, ਲੇਕਿਨ ਮੇਰੀ ਬਦਕਿਸਮਤੀ ਇਹ ਹੈ ਕਿ ਮੈਂ ਮੁੰਡੇ ਨੂੰ ਪਿਆਰ ਕਰ ਬੈਠੀ। ਉਸ ਦੀ ਮੁਹੱਬਤ ਵਿੱਚ ਮੁਲਾਕਾਤਾਂ ਦਾ ਸਿਲਸਿਲਾ ਇੰਨਾ ਵੱਧ ਗਿਆ ਕਿ ਮੈਂ ਪ੍ਰੈਗਨੈਂਟ ਹੋ ਗਈ, ਲੇਕਿਨ ਉਸ ਮੁੰਡੇ ਨੇ ਮੇਰੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਜਦੋਂ ਮੇਰੇ ਮਾਂ-ਬਾਪ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ। ਫਿਰ ਮੇਰੇ ਇੱਕ ਮੁੰਡਾ ਹੋਇਆ, ਉਸ ਨੂੰ ਵੀ ਉਹਨਾਂ ਨੇ ਲਾਪਤਾ ਕਰ ਦਿੱਤਾ। ਹੁਣ ਨਾ ਮੇਰੇ ਨਾਮ ਅੱਗੇ ਕੋਈ ਅਤੇ ਨਾ ਹੀ ਪਿੱਛੇ, ਅਤੇ ਨਾ ਹੀ ਮੇਰੇ ਕੋਲ ਕੋਈ ਹੋਰ ਟਿਕਾਣਾ। ਹੁਣ ਮੈਨੂੰ ਇਹੀ ਦੁੱਖ ਹੈ ਕਿ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਤੇ ਮੈਂ ਉਸ ਦਾ ਮੂੰਹ ਵੀ ਨਹੀਂ ਦੇਖ ਸਕੀ। ਮੇਰੀ ਇਹ ਗੱਲ ਕਹਿੰਦੇ ਉਸ ਦੇ ਅੱਖਾਂ ਵਿੱਚ ਚਮਕ ਉੱਭਰ ਆਈ ਤੇ ਬੋਲਿਆ, ਕਿ ਤੂੰ ਇੱਕ ਬੇਟੇ ਨੂੰ ਜਨਮ ਦਿੱਤਾ ਸੀ? ਮੈਂ ਉਸ ਨੂੰ ਕਿਹਾ, ਹਾਂ, ਪਰ ਮੈਂ ਉਸ ਦਾ ਮੂੰਹ ਤੱਕ ਨਹੀਂ ਦੇਖਿਆ। ਉਸਨੇ ਕਿਹਾ, ਤੂੰ ਫਿਕਰ ਨਾ ਕਰ, ਆਪਾਂ ਦੋਨੋਂ ਵਿਆਹ ਕਰਾਂਗੇ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸਨੇ ਮੇਰੀ ਹਕੀਕਤ ਨਾਲ ਹੀ ਮੈਨੂੰ ਕਬੂਲ ਲਿਆ ਸੀ। ਫਿਰ ਅਸੀਂ ਇੱਕ ਮੰਦਿਰ ਵਿੱਚ ਜਾ ਕੇ ਵਿਆਹ ਕਰ ਲਿਆ ਅਤੇ ਪਤੀ ਪਤਨੀ ਬਣ ਗਏ। ਵਿਆਹ ਦੀ ਪਹਿਲੀ ਰਾਤ ਉਹ ਮੇਰੇ ਲਈ ਬਦਾਮ ਵਾਲਾ ਦੁੱਧ ਬਣਾ ਕੇ ਲਿਆਇਆ ਤੇ ਮੈਨੂੰ ਬੜੇ ਹੀ ਪਿਆਰ ਨਾਲ ਪਿਲਾਇਆ। ਦਿਨ ਲੰਘਦੇ ਗਏ ਤੇ ਮੈਂ ਪ੍ਰੈਗਨੈਂਟ ਹੋ ਗਈ। ਇੱਕ ਦਿਨ ਮੈਂ ਉਸ ਨਾਲ ਜਿੱਦ ਕੀਤੀ ਕਿ ਮੈਂ ਤੇਰੇ ਮਾਂ-ਬਾਪ ਨੂੰ ਮਿਲਣਾ, ਪਰ ਉਸਨੇ ਕਿਹਾ, ਤੂੰ ਨਹੀਂ ਮਿਲ ਸਕਦੀ। ਉਸ ਨਾਲ ਫਿਰ ਤੋਂ ਜਿੱਦ ਕੀਤੀ ਤਾਂ ਉਸਨੇ ਕਿਹਾ, ਤੈਨੂੰ ਇੱਕ ਵਾਅਦਾ ਕਰਨਾ ਪਊ
ਫਿਰ ਹੀ ਮੈਂ ਤੈਨੂੰ ਆਪਣੇ ਘਰ ਵਾਲਿਆਂ ਨਾਲ ਮਿਲਵਾਉਂ। ਮੈਂ ਉਹਨੂੰ ਕਿਹਾ, ਮੈਂ ਵਾਅਦਾ ਕਰਦੀ ਹਾਂ, ਤੁਸੀਂ ਦੱਸੋ ਮੈਨੂੰ ਕੀ ਕਰਨਾ ਹੋ। ਵਿਕਰਮ ਨੇ ਕਿਹਾ, ਮੈਂ ਤੈਨੂੰ ਆਪਣੇ ਦੋਸਤ ਦੀ ਪਤਨੀ ਬਣਾ ਕੇ ਘਰ ਲੈ ਕੇ ਜਾਊਂਗਾ। ਫਿਰ ਹੌਲੀ ਹੌਲੀ ਉਹ ਤੈਨੂੰ ਪਸੰਦ ਕਰਨ ਲੱਗਣਗੇ ਤਾਂ ਮੈਂ ਖੁਦ ਉਹਨਾਂ ਨੂੰ ਦੱਸ ਦਿਉ। ਇਹ ਗੱਲ ਸੁਣ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਤੇ ਮੈਂ ਚੁੱਪਚਾਪ ਜਾ ਕੇ ਪੈਕਿੰਗ ਕਰਨ ਲੱਗੀ। ਅਗਲੇ ਦਿਨ ਉਸ ਦੇ ਘਰ ਜਾ ਪਹੁੰਚੇ। ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਆਖਰਕਾਰ ਇੱਕ ਆਲੀਸ਼ਾਨ ਹਵੇਲੀ ਦੇ ਸਾਹਮਣੇ ਜਾ ਕੇ ਗੱਡੀ ਖੜ ਗਈ। ਹਵੇਲੀ ਵੀ ਸ਼ਾਨੋ ਸ਼ੌਕਤ ਦੇਖ ਕੇ ਮੇਰੀਆਂ ਨਜ਼ਰਾਂ ਅੱਡੀਆਂ ਰਹਿ ਗਈਆਂ। ਉਹ ਘਰ ਨਹੀਂ ਬਲਕਿ ਇੱਕ ਮਹਿਲ ਸੀ, ਸੁਪਨਿਆਂ ਦਾ ਮਹਿਲ। ਉਹ ਮਹਿਲ ਹੈ ਜੋ ਹਰ ਲੜਕੀ ਆਪਣੇ ਸੁਪਨੇ ਦੇ ਵਿੱਚ ਦੇਖਦੀ ਆ। ਮੈਂ ਇਸ ਹੈਰਾਨੀ ਦੇ ਨਾਲ ਹੀ ਗੱਡੀ ਵਿੱਚ ਉਤਰੀ ਤੇ ਵਿਕਰਮ ਮੇਰੇ ਨਾਲ ਸੀ। ਵਿਕਰਮ ਨੇ ਅੰਦਰ ਆ ਕੇ ਮੈਨੂੰ ਆਪਣੀ ਮਾਂ ਅਤੇ ਬੇਟੇ ਨਾਲ ਮਿਲਵਾਇਆ। ਉਸ ਦੀ ਮਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਹਾਲ ਚਾਲ ਪੁੱਛਿਆ। ਵਿਕਰਮ ਦਾ ਬੇਟਾ ਮੈਨੂੰ ਦੂਰ ਤੋਂ ਹੀ ਦੇਖਦਾ ਰਿਹਾ ਤੇ ਦੂਜੀ ਤਰਫ ਮੂੰਹ ਕਰਕੇ ਚਲਿਆ ਗਿਆ, ਜਿਵੇਂ ਉਹ ਮੇਰੇ ਤੋਂ ਨਾਰਾਜ਼ ਹੋਵੇ। ਮੈਨੂੰ ਉਸ ਦਾ ਇਹ ਰਵੱਈਆ ਬਹੁਤ ਹੀ ਅਜੀਬ ਲੱਗਿਆ। ਵਿਕਰਮ ਦਾ ਬੇਟਾ ਤਾਂ ਮੈਨੂੰ ਜ਼ਿਆਦਾ ਹੀ ਪਰੇਸ਼ਾਨ ਕਰ ਰਿਹਾ ਸੀ, ਕਿਉਂਕਿ ਉਸ ਦੀ ਉਮਰ ਮੇਰੇ ਨਾਲੋਂ 2 ਸਾਲ ਵੱਡੀ ਸੀ। ਵਿਕਰਮ ਦੀ ਉਮਰ 40 ਸਾਲ ਸੀ, ਫਿਰ ਉਸ ਦਾ ਬੇਟਾ ਇੰਨਾ ਵੱਡਾ ਕਿਵੇਂ ਹੋ ਸਕਦਾ। ਖੈਰ, ਫਿਰ ਵਿਕਰਮ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ। ਘਰ ਵਿੱਚ ਉਸਨੇ ਮੇਰੀ ਪਹਿਚਾਣ ਆਪਣੇ ਦੋਸਤ ਦੀ ਪਤਨੀ ਦੱਸਿਆ ਸੀ, ਇਸ ਕਰਕੇ ਅਸੀਂ ਦੋਨੋਂ ਇੱਕ ਕਮਰੇ ਵਿੱਚ ਨਹੀਂ ਰਹਿ ਸਕਦੇ ਸੀ। ਪਰ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਇਸ ਕਮਰੇ ਵਿੱਚੋਂ ਬਾਹਰ ਨਾ ਨਿਕਲੀ ਤੇ ਇਸ ਹਵੇਲੀ ਤੋਂ ਬਾਹਰ ਤਾਂ ਕਦਮ ਵੀ ਨਾ ਰੱਖੀ। ਇਹ ਸੁਣ ਕੇ ਮੈਨੂੰ ਥੋੜੀ ਹੈਰਾਨੀ ਜਿਹੀ ਹੋਈ, ਪਰ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉੱਥੋਂ ਚਲੇ ਗਏ। ਉਸ ਰਾਤ ਮੈਨੂੰ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਉੱਠ ਕੇ ਬੈਠ ਗਈ ਤੇ ਵਿਕਰਮ ਨੂੰ ਫੋਨ ਕੀਤਾ ਕਿ ਮੈਨੂੰ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਸਨੇ ਕਿਹਾ, ਮੈਨੂੰ ਤਾਂ ਕੋਈ ਰੋਣ ਦੀ ਆਵਾਜ਼ ਨਹੀਂ ਆਈ। ਉਸਨੇ ਕਿਹਾ, ਤੇਰਾ ਵਹਿਮ ਆ। ਮੈਨੂੰ ਉਹ ਝੂਠ ਬੋਲਦਾ ਲੱਗ ਰਿਹਾ ਸੀ। ਉਸਨੇ ਮੈਨੂੰ ਦੁੱਧ ਦਾ ਗਿਲਾਸ ਪਿਆ ਕੇ ਸੁਆ ਦਿੱਤਾ। ਅਗਲੀ ਸਵੇਰ ਹੋਈ ਤਾਂ ਵਿਕਰਮ ਦਾ ਬੇਟਾ ਮੇਰੇ ਤੋਂ ਉਖੜਿਆ ਲੱਗ ਰਿਹਾ ਸੀ। ਮੈਂ 1-2 ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਨਜ਼ਰਅੰਦਾਜ਼ ਕਰ ਦਿੰਦਾ। ਖੈਰ, ਮੈਂ ਉਸ ਦੁਪੱਟੇ ਵਾਲੀ ਗੱਲ ਨੂੰ ਭੁੱਲ ਚੁੱਕੀ ਸੀ। ਦੂਜੇ ਦਿਨ ਸਵੇਰੇ ਫੇਰ ਜਦੋਂ ਮੈਂ ਉੱਠੀ ਤਾਂ ਮੇਰੇ ਪੈਰ ਦੁਪੱਟੇ ਨਾਲ ਬੰਨੇ ਹੋਏ ਸੀ। ਮੇਰੇ ਦਿਲ ਵਿੱਚੋਂ ਅਜੀਬ ਜਿਹੇ ਖਿਆਲ ਉੱਠਣ ਲੱਗੇ। ਅਗਲੇ ਦਿਨ ਉਹ ਰੋਣ ਦੀਆਂ ਆਵਾਜ਼ਾਂ ਤਾਂ ਨਹੀਂ ਆ ਰਹੀਆਂ ਸੀ, ਪਰ ਇਹ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਸੀ। ਇਸ ਤੋਂ ਮੈਨੂੰ ਡਰ ਲੱਗਣ ਲੱਗ ਗਿਆ। ਵਿਕਰਮ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਸਾਰੀ ਸਮੱਸਿਆ ਉਹਨੂੰ ਦੱਸੀ। ਉਸ ਦੇ ਚਿਹਰੇ ਤੇ ਥੋੜਾ ਡਰ ਮਹਿਸੂਸ ਹੋ ਰਿਹਾ ਸੀ। ਉਸਨੇ ਕਿਹਾ, ਮੇਰਾ ਸ਼ੱਕ ਸਹੀ ਨਿਕਲਿਆ। ਮੈਂ ਇੱਕਦਮ ਪਰੇਸ਼ਾਨ ਹੋ ਕੇ ਬੋਲੀ, ਕਿਹੋ ਜਿਹਾ ਸ਼ੱਕ? ਉਸਨੇ ਕਿਹਾ, ਇਸ ਹਵੇਲੀ ਵਿੱਚੋਂ ਪਹਿਲਾਂ ਵੀ ਅਜਿਹੀਆਂ ਅਜੀਬ ਹਰਕਤਾਂ ਆਉਂਦੀਆਂ ਰਹਿੰਦੀਆਂ ਸੀ। ਇਹ ਸੁਣ ਕੇ ਜਿਵੇਂ ਮੇਰੇ ਜਿਸਮ ਵਿੱਚੋਂ ਜਾਨ ਹੀ ਨਿਕਲ ਗਈ। ਫਿਰ ਉਹਨੇ ਮੈਨੂੰ ਤਸੱਲੀ ਦਿੰਦੇ ਹੋਏ ਮੇਰਾ ਹੱਥ ਫੜਿਆ ਅਤੇ ਕਿਹਾ, ਤੁਸੀਂ ਫਿਕਰ ਨਾ ਕਰੋ, ਜਿਵੇਂ ਹੀ ਆਪਣਾ ਬੇਟਾ ਪੈਦਾ ਹੋਵੇਗਾ ਆਪਾਂ ਇੱਥੋਂ ਚਲੇ ਜਾਵਾਂਗੇ। ਉਸ ਦੀ ਗੱਲ ਸੁਣ ਕੇ ਮੈਨੂੰ ਥੋੜੀ ਤਸੱਲੀ ਜਿਹੀ ਹੋਈ। ਮੈਂ ਪਾਣੀ ਦਾ ਗਿਲਾਸ ਚੱਕਣ ਲਈ ਲਾਗੇ ਟੇਬਲ ਤੇ ਹੱਥ ਰੱਖਿਆ ਤਾਂ ਮੈਨੂੰ ਖਿੜਕੀ ਵਿੱਚੋਂ ਵਿਕਰਮ ਦਾ ਬੇਟਾ ਨਜ਼ਰ ਆਇਆ। ਜਿਵੇਂ ਹੀ ਮੇਰੀ ਨਿਗਾਹ ਉਸ ਉੱਤੇ ਗਈ ਤਾਂ ਉਹ ਭੱਜ ਗਿਆ। ਸ਼ਾਇਦ ਉਹ ਸਾਡੀਆਂ ਗੱਲਾਂ ਸੁਣ ਰਿਹਾ ਸੀ। ਮੇਰਾ ਦਿਮਾਗ ਅਜੀਬ ਜਿਹੀਆਂ ਉਲਝਣਾਂ ਵਿੱਚ ਫਸਿਆ ਹੋਇਆ ਸੀ ਕਿ ਇਹ ਚੱਕਰ ਕੀ ਹੈ ਤੇ ਕਿਤੇ ਗੋਲੂ ਨੂੰ ਇਹ ਪਤਾ ਨਾ ਲੱਗ ਜਾਵੇ ਸਾਡੇ ਬਾਰੇ, ਕਿਤੇ ਇਹ ਘਰ ਵਾਲਿਆਂ ਨੂੰ ਨਾ ਦੱਸ ਦੇ। ਉਹ ਸੋਚਿਆ ਅਗਲੇ ਦਿਨ ਮੈਂ ਉਸ ਨਾਲ ਗੱਲ ਕਰੂੰਗੀ। ਉਸ ਤੋਂ ਪਹਿਲਾਂ ਹੀ ਉਹ ਮੇਰੇ ਕਮਰੇ ਵਿੱਚ ਆ ਗਿਆ। ਉਸ ਦੇ ਚਿਹਰੇ ਉੱਤੇ ਅਜੀਬ ਜਿਹੀ ਸ਼ਿਕਾਇਤ ਸੀ। ਥੋੜੀ ਦੇਰ ਤਾਂ ਗੋਲੂ ਚੁੱਪ ਰਿਹਾ ਤੇ ਫਿਰ ਬੋਲਿਆ, ਮੈਨੂੰ ਪਤਾ ਵਿਕਰਮ ਚਾਚੂ ਤੇ ਤੁਹਾਡੇ ਵਿੱਚ ਕੀ ਰਿਸ਼ਤਾ। ਉਸ ਦੇ ਮੂੰਹ ਵਿੱਚੋਂ ਵਿਕਰਮ ਚਾਚਾ ਦਾ ਸ਼ਬਦ ਸੁਣ ਕੇ ਮੈਂ ਹੈਰਾਨ ਹੋਈ। ਮੈਂ ਉਸ ਨੂੰ ਕਿਹਾ, ਵਿਕਰਮ ਚਾਚਾ? ਉਹ ਬੋਲਿਆ, ਹਾਂ ਜੀ ਵਿਕਰਮ, ਮੇਰਾ ਚਾਚਾ। ਮੈਂ ਉਸ ਦਾ ਬੇਟਾ ਨਹੀਂ ਬਲਕਿ ਉਸ ਦੇ ਭਰਾ ਦਾ ਬੇਟਾ, ਜਿਸ ਨੂੰ ਉਹਨੇ ਬਹੁਤ ਸਾਲ ਪਹਿਲਾਂ ਜਾਇਦਾਦ ਦੇ ਚੱਕਰ ਵਿੱਚ ਮਾਰ ਦਿੱਤਾ ਸੀ। ਇਹ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ। ਮੈਂ ਉਸ ਦੇ ਵੱਲ ਘੂਰਦੇ ਹੋਏ ਦੇਖਿਆ, ਕੀ ਬਕਵਾਸ ਕਰ ਰਿਹਾ? ਫਿਰ ਉਸਨੇ ਕਿਹਾ, ਮੈਂ ਕੋਈ ਬਕਵਾਸ ਨਹੀਂ ਕਰ ਰਿਹਾ, ਇਹ ਸੱਚਾਈ ਆ। ਵਿਕਰਮ ਚਾਚਾ ਤੁਹਾਡੇ ਤੋਂ ਪਹਿਲਾਂ 3 ਔਰਤਾਂ ਨੂੰ ਲਿਆ ਚੁੱਕਿਆ, ਸਿਰਫ ਇਹ ਕਹਿ ਕੇ ਕਿ ਇਹ ਉਸ ਦੇ ਦੋਸਤਾਂ ਦੀਆਂ ਪਤਨੀਆਂ। ਲੇਕਿਨ ਇਹ ਆਦਮੀ ਉਹਨਾਂ ਨੂੰ ਸਿਰਫ ਬੇਟੇ ਦੇ ਲਾਲਚ ਵਿੱਚ ਲੈ ਕੇ ਆਇਆ ਸੀ ਅਤੇ ਜਦੋਂ ਬੇਟਾ ਨਾ ਹੁੰਦਾ ਤਾਂ ਉਹਨਾਂ ਨੂੰ ਗਾਇਬ ਕਰ ਦਿੰਦਾ। ਕੋਈ ਨਹੀਂ ਜਾਣਦਾ ਕਿ ਉਹ ਕਿੱਧਰ ਗਈਆਂ। ਲੇਕਿਨ ਇੱਕ ਗੱਲ ਕਿ ਰਾਤ ਦੇ ਸਮੇਂ ਹਵੇਲੀ ਵਿੱਚੋਂ ਬਾਹਰ ਨਿਕਲਣ ਦੀ ਇਜਾਜ਼ਤ ਕਿਸੇ ਨੂੰ ਨਹੀਂ।
ਮੈਂ ਕਿਹਾ, ਮੈਂ ਕਿਵੇਂ ਯਕੀਨ ਕਰ ਲਵਾਂ ਤੇਰੀਆਂ ਗੱਲਾਂ ਤੇ? ਉਸਨੇ ਕਿਹਾ, ਯਕੀਨ ਨਹੀਂ ਆਉਂਦਾ ਤਾਂ ਅੱਜ ਰਾਤ ਨੂੰ ਕਮਰੇ ਵਿੱਚੋਂ ਬਾਹਰ ਨਿਕਲ ਕੇ ਦੇਖ ਲੈਣਾ। ਫਿਰ ਵਿਕਰਮ ਚਾਚਾ ਦਾ ਰਵੱਈਆ ਮੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦਿਓ ਤੇ ਦੁਪੱਟਾ ਜੋ ਤੁਹਾਡੇ ਪੈਰਾਂ ਵਿੱਚ ਬੰਨਿਆ ਜਾਂਦਾ ਸੀ ਤਾਂ ਕਿ ਤੁਸੀਂ ਜਦੋਂ ਉੱਠਣ ਲੱਗੇ ਤਾਂ ਡਿੱਗ ਪਾਓ ਅਤੇ ਚੱਲਣ ਦੇ ਕਾਬਲ ਨਾ ਰਹੋ। ਉਸ ਦੇ ਹਰ ਸ਼ਬਦ ਨੇ ਮੇਰੇ ਅੰਦਰ ਸਨਸਨੀ ਬਿਖੇਰ ਦਿੱਤੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕੜਕਦੀ ਧੁੱਪ ਵਿੱਚ ਖੜੀ ਹੋਵਾਂ। ਮੈਂ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕੀਤਾ ਅਤੇ ਅੱਗੇ ਹੋ ਕੇ ਉਸ ਦਾ ਗਲਾ ਫੜ ਲਿਆ। ਮੈਂ ਉਸ ਨੂੰ ਕਿਹਾ, ਤੂੰ ਝੂਠ ਬੋਲ ਰਿਹਾ ਹੈ, ਜਾ ਭੱਜ ਜਾ। ਉਸਨੇ ਬੜੀ ਹੀ ਤਸੱਲੀ ਨਾਲ ਮੇਰੇ ਤੋਂ ਆਪਣਾ ਗਲਾਵਾ ਛਡਵਾਇਆ ਅਤੇ ਬੋਲਿਆ, ਜੇ ਤੈਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਤਾਂ ਅੱਜ ਦੁੱਧ ਦਾ ਗਿਲਾਸ ਨਾ ਪੀਣਾ, ਕਿਉਂਕਿ ਉਸ ਦੇ ਵਿੱਚ ਉਹ ਨਸ਼ਾ ਮਿਲਾਉਂਦਾ ਤੇ ਉਸ ਤੋਂ ਬਾਅਦ ਉਹ ਤੁਹਾਡੇ ਪੈਰ ਵੀ ਬੰਨ੍ਹ ਦਿੰਦਾ। ਉਸ ਦੀਆਂ ਗੱਲਾਂ ਨੇ ਮੈਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ। ਮੈਂ ਉਸ ਨੂੰ ਇੰਨਾ ਹੀ ਕਿਹਾ ਕਿ ਤੂੰ ਇੱਥੋਂ ਚਲਿਆ ਜਾ, ਮੈਂ ਸੱਚ ਤੱਕ ਆਪੇ ਪਹੁੰਚ ਜਾਊਂ। ਉਹ ਉੱਥੋਂ ਉੱਠ ਕੇ ਚਲਿਆ ਗਿਆ ਤਾਂ ਮੇਰਾ ਦਿਲ ਪ੍ਰਾਰਥਨਾ ਕਰਨ ਲੱਗਿਆ, ਰੱਬ ਕਰੇ ਸਭ ਸੱਚ ਨਾ ਹੋਵੇ। ਇਹ ਦਿਨ ਮੈਂ ਕਿਵੇਂ ਗੁਜ਼ਾਰਿਆ ਮੈਨੂੰ ਹੀ ਪਤਾ। ਰਾਤ ਹੁੰਦੇ ਵਿਕਰਮ ਮੇਰੇ ਲਈ ਦੁੱਧ ਦਾ ਗਿਲਾਸ ਲੈ ਕੇ ਆਇਆ। ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਮੈਂ ਉਸ ਨੂੰ ਕਿਹਾ, ਮੈਂ ਅੱਜ ਦੁੱਧ ਨਹੀਂ ਪੀਣਾ। ਤਾਂ ਉਸਨੇ ਕਿਹਾ, ਤੈਨੂੰ ਪੀਣਾ ਹੀ ਪੈਣਾ। ਮੈਂ ਉਸ ਨੂੰ ਕਿਹਾ, ਜੇ ਮੈਂ ਇਹ ਦੁੱਧ ਪੀ ਲਿਆ ਤਾਂ ਮੇਰੀ ਤਬੀਅਤ ਖਰਾਬ ਹੋ ਸਕਦੀ ਆ ਤੇ ਉਸ ਨਾਲ ਆਪਣੇ ਬੱਚੇ ਨੂੰ ਵੀ ਕੁਝ ਹੋ ਸਕਦਾ। ਇਹ ਸੁਣਦੇ ਹੀ ਉਸਨੇ ਗਿਲਾਸ ਮੇਜ਼ ਤੇ ਰੱਖ ਦਿੱਤਾ। ਉਸਨੇ ਕਿਹਾ, ਠੀਕ ਹੈ, ਜਿਵੇਂ ਤੂੰ ਚਾਹੇਂਗੀ। ਮੈਨੂੰ ਲੱਗਿਆ ਕਿ ਉਹ ਪਹਿਲਾਂ ਨਾਲੋਂ ਅੱਜ ਚੁਕੰਨਾ। ਮੈਂ ਪੂਰੀ ਰਾਤ ਜਾਗਦੀ ਰਹੀ ਤੇ ਮੇਰੇ ਕੰਨਾਂ ਵਿੱਚ ਉਹ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਰਾਤ ਦੇ 2 ਵਜੇ ਸੀ। ਵਿਕਰਮ ਆਪਣੇ ਕਮਰੇ ਵਿੱਚ ਉੱਠਿਆ ਤੇ ਰਸੋਈ ਵਿੱਚ ਚਲਿਆ ਗਿਆ। ਰਸੋਈ ਵਿੱਚੋਂ ਉਸਨੇ ਖਾਣਾ ਲਿਆ। ਮੈਂ ਵੀ ਉਸ ਦੇ ਪਿੱਛੇ ਪਿੱਛੇ ਜਾ ਰਹੀ ਸੀ। ਪੌੜੀਆਂ ਦੇ ਹੇਠੋਂ ਇੱਕ ਗੇਟ ਖੋਲ੍ਹਿਆ ਤੇ ਉਸ ਦੇ ਅੰਦਰ ਚਲਿਆ ਗਿਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਉੱਥੇ ਖੜ ਕੇ ਹੀ ਆਵਾਜ਼ਾਂ ਸੁਣਨ ਲੱਗੀ। ਵਿਕਰਮ ਦੇ ਅੰਦਰ ਜਾਂਦੇ ਹੀ ਰੋਣ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਅੰਦਰੋਂ ਔਰਤਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਔਰਤਾਂ ਵਿਕਰਮ ਕੋਲੋਂ ਬੇਨਤੀਆਂ ਕਰ ਰਹੀਆਂ ਸੀ, ਰੱਬ ਦੇ ਵਾਸਤੇ ਸਾਨੂੰ ਇੱਥੋਂ ਕੱਢ ਦੇ। ਵਿਕਰਮ ਬਹੁਤ ਹੀ ਗੰਦੀ ਤਰ੍ਹਾਂ ਹੱਸ ਰਿਹਾ ਸੀ। ਇਹ ਸੁਣ ਕੇ ਮੈਨੂੰ ਡਰ ਲੱਗਣ ਲੱਗ ਗਿਆ ਤੇ ਮੈਂ ਜਲਦੀ ਆਪਣੇ ਕਮਰੇ ਵਿੱਚ ਆ ਗਈ ਤੇ ਗੋਲੂ ਵੀ ਮੇਰੇ ਕਮਰੇ ਵਿੱਚ ਆ ਗਿਆ। ਮੇਰੀ ਹਾਲਤ ਦੇਖ ਕੇ ਬੋਲਿਆ, ਹਜੇ ਕੋਈ ਸ਼ੱਕ ਬਾਕੀ ਆ? ਮੈਂ ਡਰਦੀ ਹੋਈ ਨੇ ਨਾਹ ਵਿੱਚ ਸਿਰ ਹਿਲਾ ਦਿੱਤਾ ਅਤੇ ਉਸ ਨੂੰ ਕਿਹਾ, ਮੈਨੂੰ ਇੱਥੋਂ ਕੱਢ ਦੇ। ਮੈਂ ਤੇ ਗੋਲੂ ਨੇ ਇੱਕ ਪਲਾਨ ਬਣਾਇਆ, ਪਰ ਮੈਂ ਵਿਕਰਮ ਦੀ ਇਜਾਜ਼ਤ ਤੋਂ ਬਿਨਾਂ ਬਾਹਰ ਨਹੀਂ ਜਾ ਸਕਦੀ ਸੀ ਕਿ ਮੇਰੇ ਉੱਪਰ ਬਹੁਤ ਵੱਡੀ ਨਿਗਰਾਨੀ ਰੱਖੀ ਹੋਈ ਸੀ। ਅਗਲੇ ਦਿਨ ਮੈਂ ਉਹਨੂੰ ਕਿਹਾ, ਮੇਰੀ ਤਬੀਅਤ ਖਰਾਬ ਲੱਗ ਰਹੀ ਹੈ, ਮੈਨੂੰ ਕਿਸੇ ਡਾਕਟਰ ਕੋਲ ਲੈ ਚੱਲੋ। ਜੇ ਤੁਸੀਂ ਮੈਨੂੰ ਨਾ ਲੈ ਕੇ ਗਏ ਤਾਂ ਆਪਣੇ ਬੱਚੇ ਨੂੰ ਕੁਝ ਵੀ ਹੋ ਸਕਦਾ। ਇਹ ਸੁਣਦੇ ਹੀ ਉਹ ਰਾਜੀ ਹੋ ਗਿਆ ਤੇ ਮੈਨੂੰ ਡਾਕਟਰ ਦੇ ਕੋਲ ਲੈ ਗਿਆ। ਪਰ ਮੇਰੇ ਤਾਂ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉੱਥੇ ਜਾ ਕੇ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਪੁਲਿਸ ਨੇ ਛਾਪਾ ਮਾਰ ਦਿੱਤਾ। ਉਹਨਾਂ ਦੇ ਨਾਲ ਵਿਕਰਮ ਦੀਆਂ 3 ਪਤਨੀਆਂ ਹੋਰ ਵੀ ਸੀ। ਸ਼ਾਇਦ ਉਹਨਾਂ ਨੇ ਪਹਿਲਾਂ ਹੀ ਉਹਦੇ ਖਿਲਾਫ ਗਵਾਹੀ ਦੇ ਦਿੱਤੀ ਸੀ ਅਤੇ ਵਿਕਰਮ ਨੂੰ ਦਿਮਾਗੀ ਮਰੀਜ਼ ਦੱਸਿਆ ਸੀ। ਵਿਕਰਮ ਗੁੱਸੇ ਵਿੱਚ ਅੱਗ ਬਬੂਲਾ ਹੋ ਚੁੱਕਿਆ ਸੀ। ਪੁਲਿਸ ਵਿਕਰਮ ਨੂੰ ਫੜ ਕੇ ਲੈ ਗਈ ਤੇ ਮੇਰੇ ਦਿਲ ਵਿੱਚ ਇੱਕ ਸਕੂਨ ਦੀ ਲਹਿਰ ਉੱਠ ਚੁੱਕੀ ਸੀ। ਉਹ ਤਿੰਨੋਂ ਔਰਤਾਂ ਆਪਣੇ ਆਪਣੇ ਘਰ ਚਲੀਆਂ ਗਈਆਂ ਤੇ ਮੈਂ ਅਨਾਥ ਆਸ਼ਰਮ ਵਿੱਚ ਚਲੀ ਗਈ। ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ। ਮੇਰਾ ਬੱਚਾ ਵੀ ਮੇਰੇ ਹੀ ਕੋਲ ਸੀ। ਥੋੜੇ ਦਿਨਾਂ ਬਾਅਦ ਗੋਲੂ ਮੇਰੇ ਕੋਲ ਆਇਆ ਤੇ ਬੋਲਿਆ, ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਪਰ ਮੈਂ ਉਸ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਉਸ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੈਂ ਮਰਦ ਜਾਤ ਤੇ ਵਿਸ਼ਵਾਸ ਨਹੀਂ ਕਰਦੀ, ਇਸ ਲਈ ਮੈਂ ਤੇਰੇ ਨਾਲ ਵਿਆਹ ਕਰਕੇ ਇੱਕ ਨਵਾਂ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ, ਕਿਉਂਕਿ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਸੋ ਦੋਸਤੋ, ਉਮੀਦ ਕਰਦਾ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਰੂਹਾਨੀ ਸੋਚ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।